ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰ ਤੇ ਅਗਨਤ ਤਿਨ ਕੋ ਮੋਹ ਪਿਆ ਮਨ ਮਦ ਕਾ 84 ਲੱਖ ਜੋ ਨ ਪਾਈ ਰਿਜਕ ਦਿਆ ਸਭੂ ਕੋ ਤਦ ਕਾ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਸਹੂ ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਵੱਡੀਆਂ ਭਾਗਾਂ ਵਾਲੇ ਹੋ। ਜਿੱਥੇ ਪਾਵਨ ਸਤਸੰਗ ਕਰਨ ਦਾ ਇਸ ਸਮਾਂ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਸੰਮਤ 553 ਜੋ ਸੰਮਤ ਦੀ ਨਵੇਂ ਸਾਲ ਦੀ ਆਮਦ ਹੋਈ ਹੈ ਉਸ ਨੂੰ ਸਮਰਪਿਤ ਇਹ ਪਾਵਨ ਦੀਵਾਰ ਨੇ ਸਤਿਗੁਰ ਕਿਰਪਾ ਕਰਨ ਹਰ ਸਾਲ ਆਪਣੇ ਆਪ ਦੇ ਵਿੱਚ ਨਵੀਨਤਾ ਲੈ ਕੇ ਆਉਂਦਾ ਹੈ, ਪਰ ਨਵੀਨਤਾ ਦੇ ਨਾਲ ਜੀਵਨ ਅੰਦਰ ਵੀ ਕੁਝ ਬਦਲਾਅ ਹੋਇਆ ਕਿ ਨਹੀਂ। ਮਨੋਬਿਰਤੀਆਂ ਨੂੰ ਕਾਗਰ ਕਰੋ। ਇਹਨਾਂ ਪਾਵਨ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਬੜੇ ਪਿਆਰ ਨਾਲ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੇਤਰ ਮਹੀਨੇ ਦੀ ਆਰੰਭਤਾ ਹੈ ਔਰ ਚੇਤ ਤੋਂ ਨਵਾਂ ਸੰਮਤ ਸ਼ੁਰੂ ਹੁੰਦਾ ਹੈ, ਨਵੇਂ ਸੰਮਤ ਦੀ ਆਰੰਭਤਾ ਹੁੰਦੀ ਹੈ। ਨਵਾਂ ਸਾਲ ਤੋਂ ਭਾਵ ਹੈ ਪਹਿਲਾ ਦਿਹਾੜਾ। ਅਸੀਂ ਪਹਿਲੇ ਦਿਨ ਨੂੰ ਕਹਿੰਦੇ ਹਾਂ ਕਿ ਸਾਲ ਦਾ ਪਹਿਲਾ ਦਿਨ ਹੈ, ਪਰ ਜਦੋਂ ਸਾਲ ਦਾ ਪਹਿਲਾ ਦਿਨ ਕਿਸੇ ਦਿਨ ਨੂੰ ਮਿਣਿਆ ਜਾਏਗਾ, ਕਿਹਾ ਜਾਏਗਾ, ਤੇ ਇਸ ਤੋਂ ਭਾਵ ਹੈ ਕਿ ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ ਇਹ ਪਤਾ ਹੋਣਾ ਜ਼ਰੂਰੀ ਹੈ। ਤਾਂ ਹੀ ਕਿਹਾ ਜਾ ਸਕਦਾ ਹੈ ਕਿ ਨਵਾਂ ਸਾਲ ਦਾ ਪਹਿਲਾ ਦਿਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਰ ਬਾਬਾ ਨਾਨਕ ਆਖਦੇ ਨੇ ਕਿ ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ, ਉਹ ਕਿਹੜਾ ਵੇਲਾ ਸੀ, ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਉਹ ਕਿਸੇ ਨੂੰ ਨਹੀਂ ਪਤਾ। ਜਪਜੀ ਸਾਹਿਬ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਸਤਿਗੁਰ ਆਖਦੇ ਨੇ ਕਿ ਉਹ ਕਿਹੜਾ ਵੇਲਾ ਸੀ ਕਿ ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕੌਣ ਸੁਰਤੀ ਮਾਹ ਕਵਣ ਜਿਤ ਹੋਵਾ ਆਕਾਰ। ਫਿਰ ਗੁਰਦੇਵ ਉਸੇ ਪੰਕਤੀਆਂ ਦਾ ਸਵਾਲ ਦਿੰਦੇ ਨੇ, ਆਖਦੇ ਨੇ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ। ਪਰਮਾਤਮਾ ਨੇ ਸ੍ਰਿਸ਼ਟੀ ਕਦੋਂ ਸਿਰਜੀ, ਕਦੋਂ ਬਣਾਈ, ਜੇ ਇਸ ਗੱਲ ਦਾ ਪਤਾ ਪੰਡਤਾਂ ਨੂੰ ਹੁੰਦਾ ਤੇ ਇਸ ਦੇ ਉੱਪਰ ਇੱਕ ਕੁਰਾਨ ਲਿਖਿਆ ਜਾਂਦਾ। ਜੇ ਇਸ ਗੱਲ ਦਾ ਪਤਾ ਕਾਜ਼ੀਆਂ ਨੂੰ ਹੁੰਦਾ ਤੇ ਲਿਖਣ ਲੇਖ ਕੁਰਾਨ। ਕੁਰਾਨ ਸ਼ਰੀਫ ਜੋ ਧਾਰਮਿਕ ਗ੍ਰੰਥ ਹੈ ਇਸਲਾਮ ਧਰਮ ਦੇ ਪੱਛਮੀ ਲੋਕਾਂ ਦੇ, ਉਹਨਾਂ ਦੇ ਇਹ 4 ਗ੍ਰੰਥਾਂ ਦੀ ਗੱਲ ਆਉਂਦੀ ਹੈ, ਕੁਰਾਨ, ਅੰਜੀਲ, ਤਰੋਤ ਔਰ ਜੰਬੂਰ। ਇਹ ਇਸਲਾਮ ਧਰਮ ਦੇ ਗ੍ਰੰਥ ਨੇ। ਕਹਿੰਦੇ ਕਿ ਜੇ ਉਹਨਾਂ ਨੂੰ ਪਤਾ ਹੁੰਦਾ ਤੇ ਕੁਰਾਨ ਸ਼ਰੀਫ ਦੇ ਅੰਦਰ, ਧਾਰਮਿਕ ਗ੍ਰੰਥ ਦੇ ਅੰਦਰ ਇੱਕ ਪੰਕਤੀ ਇਹ ਵੀ ਆਇਤ ਹੁੰਦੀ। ਸਤਿਗੁਰ ਆਖਦੇ ਨੇ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਾਂ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣ। ਜੋਗੀਆਂ ਦੀ ਗੱਲ ਤਾਂ ਕੀਤੀ ਕਿਉਂਕਿ ਜੋਗੀਆਂ ਦੀ ਉਮਰ ਲੋਕੀ ਆਖਦੇ ਸਨ ਕਿ ਬੜੀ ਵਡੇਰੀ ਹੈ।
उन्होंने प्राणायाम के आसरे श्वासां की गति को धीरे करके अपने श्वास ਵਧਾਏ हुए सन। महाराज आखिर कि थित वार ना जोगी जाने रुत मह न कोई जा करता सृष्टि को साजे आपे जाने सो। जिस मालिक ने सृष्टि सिरजी है उसे नूं पता है कि उस मालिक ने यह सृष्टि कदों बनाई है, ते जदों उस मालिक ने सृष्टि बनाई वो सृष्टि का पहला दिहाड़ा साल का पहला दिन मिलिया जाना चाहिए, पर सतगुरु आखते हैं कि साल का वो पहला दिन तो किसी को नहीं पता। फिर ये साल होने दे विच किवें आया? जदों ईसा जी की गल करते हाँ तो पुरातन स्रोत ये दसते हैं कि ईसा के जन्म के नाल ही ईसवी संमत शुरू होए। ये बड़ा लंबेरा सबजैक्ट है, मैं केवल संखेप जी अर्ज करांगा। ईसा जी के जन्म तो ईसवी संमत शुरू होए आ। विक्रमी संमत जड़ा है वो विक्रमादित्य जो राजा होया उसके जन्म तो विक्रमी संमत शुरू होया है। इतों तक कि इस्लाम वाले मनण वाले वो 1 जनवरी को जो नवा साल मनाया जाता है वो 1 जनवरी नवा साल नहीं मनते। वो अपने मुहम्मद साहब के दिहाड़े तो ही जड़ा ने इस्लाम धर्म का पहला दिहाड़ा या इंज कह लवां कि नवा साल की आरंभता मनते हैं। यह थोड़े समय पहले की गल मैं आप नाल सांझी करा। बाबा बंदा सिंह बहादुर ने जदों सिख राज कायम किया तो बाबा बंदा सिंह बहादुर ने भी संमत नवा शुरू किया सी। हालांकि बाबा बंदा सिंह बहादुर जी ने गुरु नानक और गुरु गोबिंद सिंह महाराज के नाम के सिक्के जड़े ने वो प्रचलित किए, पर असी मनाते हाँ नानक शाही तो भाव गुरु नानक सच्चे पातशाह के नाम के नाल संमत, क्योंकि जितनी भी उन्होंने खलकत हुई है जब उन्होंने मनण वाले हुए ने अपने अपने इष्ट अपने अपने पैगंबर के नाम के उपर वो संमत शुरू करते हैं। पर एक गल याद रखना, सतगुरु महाराज की कृपा के नाल जिथे गुरु नानक सच्चे पातशाह के नाम के नाल असी ये नानक शाही अनुसार नवा साल आरंभ करते हाँ। गुरु ग्रंथ साहिब अंदर भी 2 बार 12 माने, एक माज राग अंदर जो आप जी ने हुक्मनामे अंदर भी हुणे रागी सिंह गा के गए ने, एक तुखारी राग अंदर। इन्हां दोहां 12 माह के अंदर जिथों महीने की आरंभता होंदी है वो चेत का महीना है। पुरातन जितने भी फकीर होए ने साहित्यकार होए ने उन्होंने भी जो 12 माह लिखे ने उन्होंने आरंभता भी चेतर तो होंदी है। क्योंकि गुरुदेव पातशाह आखदे कि जदों पहलों पहल ये सृष्टि साजी गई तो मनुख ने समय की इकाई को किवें जिहड़ा है जानने का यतन किया। सब तो पहला जो पुराने बुजुर्ग ने वो समय की इकाई को सूरज के राही पता करते सन, परछावे राही। वो दरख्त का परछावा होवे, किसी चीज़ का परछावा होवे, परछावा देख के अंदाजा लगाते सन भाई इतनियां घड़ियां या इतना समा बतीत हो गया, इतना समा रह गया। पहले सूरज के राही इकाइयां के राही जिहड़ा है वो समय का अंदाजा लगाया गया। पर जदों कई बार बदल वगैरह होंदे सन ते सूरज दीयां किरणां धरती ते नहीं सन पैंदियां, फिर सियाणे लोगों ने पाई दे राही, पाई तो भाव है एक बहुत बड़ा बर्तन, उन्होंने पानी दे भर देना, उस बर्तन के अंदर छोटी जी कोली रखनी और कोली के तले दे विच छेक कर देना। उस छेक राही जो पानी कोली दे भर जाता सी, मैं शब्द कोली वरत रहा समझण लई, उन्होंने पाई किया जाता सी। जदों पाई पानी दे विच बूंद बूंद करके भर जाती सी, डुब जाती सी, ते कहा जाता सी भाई एक बारी पाई भर गई है। सवेरे तो लैके शाम तक का समा निर्धारित किया गया भाई पाई कितनी बार पानी दे डुबी, उस समय को कन्वर्ट कर लिया गया, वंड लिया गया। उस दे नाल फिर समय को निर्धारित किया गया, समय की वंड हुई। संसार दे विच बहुत सारे धार्मिक ग्रंथ ने, पर तुहानूं माण होना चाहिए तुहानूं कि गुरु ग्रंथ साहिब सच्चे पातशाह अंदर उन्हां समय के बारे गुरुदेव पातशाह ने बाणी उचारण की है। जे असी पाई की गल करते हैं तो आसा की वार के अंदर बचन आते कि कोई रह ना भरीए पाईए,
ਉੱਥੇ ਪਾਈ ਦੀ ਗੱਲ ਹੈ। ਫਿਰ ਗੁਰਦੇਵ ਪਾਤਸ਼ਾਹ ਨੇ ਪਹਿਰਿਆਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਆਪ ਜੀ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ। ਸੋਹਲਾ ਸਾਹਿਬ ਦੀ ਬਾਣੀ ਅੰਦਰ ਇਹ ਬਚਨ ਆਉਂਦੇ ਨੇ ਕਿ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਇਹ ਸਾਰੇ ਜਿਹੜੇ ਨੇ ਸਮੇਂ ਦੀਆਂ ਇਕਾਈਆਂ ਨੇ, ਭਾਵੇਂ ਘੜੀਆਂ ਨੇ, ਪਹਿਰਾਂ ਨੇ, ਥਿੱਤਾਂ ਨੇ, ਵਾਰ ਨੇ। ਔਰ ਕਮਾਲ ਦੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਪਹਿਰਿਆਂ ਦੇ ਵਿੱਚ ਬਾਣੀ ਉਚਾਰਨ ਗਈ। 4 ਪਹਿਰ ਅਸੀਂ ਕਹਿੰਦੇ ਹਾਂ ਕਿ 4 ਪਹਿਰ ਦਿਨ ਦੇ, 4 ਪਹਿਰ ਰਾਤ ਦੇ। ਮਹਾਰਾਜ ਨੇ ਜ਼ਿੰਦਗੀ ਨੂੰ 4 ਪਹਿਰਾਂ ਦੇ ਵਿੱਚ ਵੰਡਿਆ ਹੈ। ਜੇ ਤੁਸੀਂ ਪੜ੍ਹਦੇ ਆ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਇਹ ਪਹਿਰਿਆਂ ਦੇ ਵਿੱਚ ਬਾਣੀ ਹੈ। ਗੁਰਦੇਵ ਨੇ ਪਹਿਰਿਆਂ ਤੋਂ ਉੱਚਾ ਉੱਠ ਕੇ ਫਿਰ ਦਿਨ ਰਹਿਣ ਬਾਣੀ ਉਚਾਰਨ ਕੀਤੀ। ਦਿਨ ਰਹਿਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਹੈ ਉਹਦਾ ਨਾਮ ਹੈ 7 ਵਾਰ, ਜੋ ਸੋਮਵਾਰ ਤੋਂ ਲੈ ਕੇ ਅਸੀਂ ਐਤਵਾਰ ਤੱਕ ਦਿਨ ਗਿਣਦੇ ਹਾਂ। ਔਰ ਗੁਰੂ ਗ੍ਰੰਥ ਸਾਹਿਬ ਅੰਦਰ 2 ਵਾਰੀ 7 ਵਾਰਾਂ ਦਾ ਜ਼ਿਕਰ ਆਇਆ ਹੈ। ਇੱਕ ਵਾਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 7 ਵਾਰ ਉਚਾਰਨ ਕੀਤੇ ਬਾਣੀ, ਇੱਕ ਵਾਰੀ ਕਬੀਰ ਸਾਹਿਬ ਜੀ ਨੇ 7 ਵਾਰ ਬਾਣੀ ਉਚਾਰਨ ਕੀਤੀ ਹੈ। 7 ਵਾਰ ਬਾਣੀ ਉਚਾਰਨ ਕੀਤੀ। ਉਸ ਤੋਂ ਬਾਅਦ ਫਿਰ 12ਵਾਂ ਸਾਲ ਦੇ 12 ਮਹੀਨੇ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਮੇਂ ਨੂੰ ਨਿਰਧਾਰਿਤ ਕੀਤਾ ਗਿਆ, ਸਮੇਂ ਦੀ ਇਕਾਈ ਨੂੰ ਨਿਰਧਾਰਿਤ ਕੀਤਾ ਗਿਆ। ਮੈਂ ਫਿਰ ਉਸੇ ਗੱਲ ਦੇ ਉੱਪਰ ਆ ਜਾਵਾਂ ਕਿ ਪਹਿਲਾ ਦਿਹਾੜਾ ਕਿਹੜਾ ਹੈ। ਪਰ ਜੋ ਸਿੱਖ ਸੰਗਤਾਂ ਨੇ ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ, ਇਹ ਨਾਨਕਸ਼ਾਹੀ ਆਪਣੇ ਪੈਗੰਬਰ ਦੇ ਨਾਮ ਦੇ ਨਾਲ, ਆਪਣੇ ਗੁਰੂ ਦੇ ਨਾਲ ਜੋੜ ਕੇ ਫਿਰ ਉਸ ਦਿਹਾੜੇ ਨੂੰ ਬੜੇ ਪਿਆਰ ਦੇ ਨਾਲ ਮਨਾਉਂਦੀਆਂ ਨੇ। ਕਿਉਂਕਿ ਸਮਾਂ ਕਿਹੜਾ ਪਹਿਲਾ ਸੀ ਉਹ ਕਿਸੇ ਨੂੰ ਨਹੀਂ ਪਤਾ, ਪਰ ਜਿਸ ਵੇਲੇ ਉਸ ਮਾਲਕ ਦਾ ਨਾਮ ਜਿਹਨ ਅੰਦਰ ਟਿਕ ਜਾਏ ਉਹ ਸਮਾਂ ਭਲਾ ਹੈ। 12 ਮਾਹ ਦੀ ਬਾਣੀ ਦੇ ਅਖੀਰ ਦੇ ਗੁਰੂ ਪਾਤਸ਼ਾਹ ਨੇ ਇਹ ਰਹਿਮਤ ਕੀਤੀ ਹੈ ਕਿ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ। ਕਿ ਉਹ ਸਾਰੇ ਦਿਹਾੜੇ, ਉਹ ਦਿਨ, ਉਹ ਸਾਰੇ ਚੰਗੇ ਨੇ ਜਦੋਂ ਮਾਲਕ ਦਾ ਨਾਮ ਚੇਤੇ ਆ ਜਾਏ, ਰੱਬੀ ਯਾਦ ਹਿਰਦੇ ਅੰਦਰ ਟਿਕ ਜਾਏ, ਉਹ ਸਾਰੇ ਦਿਨ ਭਲੇ ਨੇ। ਪਰ ਜਿਹੜੀ ਉਮਤ ਹੈ ਉਹ ਫਿਰ ਖਾਸ ਦਿਹਾੜੀਆਂ ਦੇ ਉੱਪਰ ਆਪਣੇ ਗੁਰੂ ਨੂੰ, ਪੀਰ ਨੂੰ, ਪੈਗੰਬਰਾਂ ਨੂੰ ਯਾਦ ਕਰਦੀ ਹੈ। ਪਰ ਸਤਿਗੁਰ ਮਹਾਰਾਜ ਆਖਦੇ ਨੇ ਇਹ ਸਾਰੇ ਜੋ ਦਿਹਾੜੇ ਨੇ, ਇਹਨਾਂ ਦਿਨਾਂ ਵਿੱਚ ਜਦੋਂ ਮਾਲਕ ਨੂੰ ਨਾਮ ਜਪਿਆ ਜਾਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ। ਉਹ ਆਖਦੇ ਨੇ ਇੱਕ ਬੱਚੀ ਪਾਣੀ ਦਾ ਘੜਾ ਭਰ ਕੇ ਲੈ ਕੇ ਆਈ ਤੇ ਘੜਾ ਆ ਕੇ ਪਾਣੀ ਦਾ ਉਹਨੇ ਰੱਖਿਆ। ਘੜੇ ਅੰਦਰ ਕੁਝ ਤਰੇੜ ਸੀ, ਤਰੇੜ ਕਰਕੇ ਪਾਣੀ ਸਿਮ ਕੇ ਪਾਣੀ ਉਸ ਘੜੇ ਤੇ ਜੋ ਖਾਲੀ ਬਾਹਰ ਨਿਕਲ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਗੱਲ ਕੀਤੀ ਇੱਕ ਬੱਚੀ ਦੀ, ਇੱਕ ਇਸਤਰੀ ਦੀ, ਤੇ ਐਗਜ਼ਾਮਪਲ ਦੇ ਰਹੇ ਨੇ ਸਰੀਰ ਦਾ। ਮਹਾਰਾਜ ਆਖਦੇ ਨੇ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਤ ਬਿਹਾਤ ਹੈ, ਫੁੱਟੇ ਘਟ ਜੋ ਪਾਣੀ। ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲ ਜਾਂਦਾ ਹੈ, ਇਹ ਸਰੀਰ ਵੀ ਮਿਲਿਆ ਹੈ। ਪਿਛਲਾ ਸਾਲ ਬਤੀਤ ਹੋਇਆ, ਨਵਾਂ ਸਾਲ ਆ ਗਿਆ, ਨਵੇਂ ਸਾਲ ਤੋਂ ਬਾਅਦ ਅਗਲੇ ਸਾਲ ਫਿਰ ਨਵਾਂ ਆ ਜਾਣਾ ਹੈ। ਔਰ ਦੇਖੋ ਨਵਾਂ ਸਾਲ ਆਉਣ ਦੇ ਨਾਲ ਮਨੁੱਖ ਜੀਵਨ ਦੇ ਅੰਦਰ ਕੁਝ ਨਵੀਨਤਾ ਲਿਆਉਣ ਦਾ ਯਤਨ ਕਰਦਾ ਹੈ। ਅਸੀਂ ਕੇਵਲ ਜੰਤਰੀਆਂ ਹੀ ਨਹੀਂ ਬਦਲਦੇ ਹਾਂ, ਘਰ ਦੇ ਚ ਰੱਖੀ ਹੋਈ ਪੁਰਾਣੀ ਕਿਤਾਬ, ਪੁਰਾਣੀ ਕਾਪੀ ਜਿਹੜੀ ਹੈ ਉਹ ਚੇਂਜ ਕਰਕੇ ਆਖਦੇ ਹਾਂ ਨਵਾਂ ਸਾਲ ਆ ਗਿਆ, ਨਵੇਂ ਸਾਲ ਦੀ ਡਾਇਰੀ ਚਾਹੀਦੀ ਹੈ। ਨਵੇਂ ਸਾਲ ਦੇ ਨਾਲ ਨਵੀਨਤਾ ਲਿਆਉਣ ਵਾਸਤੇ ਅਸੀਂ ਆਪਣੇ ਤਨ ਦੀ ਪੁਸ਼ਾਕ ਬਦਲ ਦਿੰਦੇ ਹਾਂ। ਆਪਣੀ ਸਮਰੱਥਾ ਮੁਤਾਬਕ ਕੋਈ ਘਰ ਬਦਲ ਦਿੰਦਾ ਹੈ, ਕੋਈ ਆਪਣੀਆਂ ਗੱਡੀਆਂ ਬਦਲ ਦਿੰਦਾ ਹੈ ਕਿ ਨਵੇਂ ਸਾਲ ਦੇ ਵਿੱਚ ਨਵੀਂ ਚੀਜ਼ ਲਿਆਈ ਜਾਏ। ਸਤਿਗੁਰ ਆਖਦੇ ਕਿ ਬਾਹਰ ਮੁਖੀ ਤੇ ਬੜਾ ਕੁਝ ਚੇਂਜ ਕੀਤਾ ਸੀ, ਬੜਾ ਕੁਝ ਨਵੀਨ ਲੈ ਕੇ ਆਏ ਆ, ਪਰ ਹਿਰਦੇ ਅੰਦਰ ਵੀ ਨਵੀਨਤਾ ਆਈ ਕਿ ਨਹੀਂ ਆਈ? ਇਹ ਹਿਰਦੇ ਅੰਦਰ ਵਿਚਾਰਿਆ ਕਿ ਨਹੀਂ ਕਿ ਜੋ ਪਿਛਲੇ ਸਮੇਂ ਦੇ ਅੰਦਰ ਜੋ ਕਰਮ ਕੀਤੇ ਸਨ ਉਹਨਾਂ ਕਰਮਾਂ ਦੇ ਵਿੱਚ ਕੁਝ ਤਬਦੀਲੀ ਆਈ? ਮੈਂ ਤੇ ਇੱਥੋਂ ਤੱਕ ਕਹਿੰਦਾ ਕਿ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇੱਕ ਦੁਕਾਨਦਾਰ ਜਦੋਂ ਕੋਈ ਦੁਕਾਨਦਾਰੀ ਕਰਦਾ ਹੈ ਨਾ ਤੇ ਸ਼ਾਮ ਨੂੰ ਬਈ ਖਾਤਾ ਦੇਖਦਾ ਹੈ
ਅੱਜ ਕਿਤਨਾ ਕਮਾਇਆ ਔਰ ਕਿਤਨਾ ਜਿਹੜਾ ਹੈ ਦੁਕਾਨ ਦੇ ਵਿੱਚ ਲੱਗਾ, ਮੁਨਾਫਾ ਕਿਤਨਾ ਹੋਇਆ, ਸਾਰਾ ਦਿਨ ਬਤੀਤ ਹੋਇਆ। ਕਦੇ ਇਹ ਵਿਚਾਰ ਕੇ ਦੇਖਿਆ ਭਈ ਅੱਜ ਸਾਰਾ ਦਿਨ ਦੇ ਵਿੱਚ ਅੱਜ ਦਿਨ ਸਫਲਾ ਗਿਆ ਕਿ ਨਹੀਂ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਦਿਨ ਤੇ ਬੜੇ ਦੂਰ ਦੀ ਗੱਲ ਹੈ, ਹਫ਼ਤੇ ਬਾਅਦ ਵੀ ਵਿਚਾਰ ਲਈਏ ਇਹ ਸਾਰਾ ਹਫ਼ਤਾ ਕਿਸ ਤਰ੍ਹਾਂ ਦਾ ਗੁਜ਼ਰਿਆ, ਇਹ ਸਾਰਾ ਮਹੀਨਾ ਕਿਸ ਤਰ੍ਹਾਂ ਦਾ ਗੁਜ਼ਰਿਆ, ਔਰ ਇੱਥੋਂ ਤੱਕ ਕਿ ਸਾਲ ਬਤੀਤ ਹੋ ਗਏ ਆ। ਬਾਹਰ ਮੁਖੀ ਬੜੀ ਨਵੀਨਤਾ ਦੀ ਗੱਲ ਕੀਤੀ ਗਈ, ਨਵੀਆਂ ਚੀਜ਼ਾਂ ਦੀ ਗੱਲ ਕੀਤੀ ਗਈ, ਪਰ ਅੰਦਰ ਉੱਥੇ ਹੀ ਖੜਾ ਹੈ ਜੋ ਪਿਛਲੇ ਸਾਲ ਖੜਾ ਸੀ। ਬਾਬਾ ਫਰੀਦ ਸਾਹਿਬ ਦੀਆਂ ਪੰਕਤੀਆਂ ਨੇ, ਉਹ ਆਖਦੇ ਨੇ ਕਿ ਬਾਹਰ ਮੁਖੀ ਤੂੰ ਬੜਾ ਦੇਖਦਾ ਪਰ ਆਪਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਝਾਤੀ ਮਾਰ ਕਿ ਸਾਲ ਦੇ ਬਦਲਣ ਦੇ ਨਾਲ ਤੇਰੇ ਹਿਰਦੇ ਅੰਦਰ ਵੀ ਨਵੀਨਤਾ ਆਈ ਕਿ ਨਹੀਂ ਆਈ। ਤੇ ਦੇਖੋ ਨਾਲ ਅੱਜ ਚੇਤਰ ਦੇ ਮਹੀਨੇ ਦੀ ਆਰੰਭਤਾ ਹੈ। ਕੁਝ ਸ਼ਬਦ ਦੀਆਂ ਵਿਚਾਰਾਂ ਉਹ ਵੀ ਚੇਤ ਦੇ ਮਹੀਨੇ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਨੇ ਅਰਦਾਸ ਦਾ ਸ਼ਬਦ ਉਚਾਰਨ ਕੀਤਾ ਹੈ, ਭਾਵੇਂ ਉਹ ਮਾਝ ਰਾਗ ਹੈ ਤੇ ਭਾਵੇਂ ਤੁਖਾਰੀ ਰਾਗ ਹੈ। 14 ਮਹੀਨੇ ਨੇ। ਇੱਕ ਅਖੀਰਲਾ ਜਿੱਥੇ ਪੜਾਵ ਹੈ, ਜਿੱਥੇ ਮੰਜ਼ਿਲ ਹੈ, ਫਲਗੁਣ ਤੋਂ ਬਾਅਦ ਜਿਨ ਜਿਨ ਨਾਮ ਧਿਆਇਆ ਵਾਲਾ। ਤੇ ਪਹਿਲਾ ਮਹੀਨਾ ਜਿਹੜਾ ਹੈ ਚੇਤਰ ਹੈ। ਚੇਤਰ ਤੋਂ ਪਹਿਲਾਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਨਾ। ਕਿਹ ਦਾਤਾ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹੋਏ ਹਾਂ, ਔਰ ਕਰਮਾਂ ਦੇ ਅਨੁਸਾਰ ਹੀ ਮਾਲਕ ਦੇ ਘਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਦੀ ਗੱਲ ਅਸੀਂ ਪੜ੍ਹਦੇ ਹਾਂ। ਕਿਉਂਕਿ ਕਰਮ ਮਨੁੱਖ ਦੇ ਉੱਪਰ ਨੇ, ਮਨੁੱਖ ਦੇ ਉੱਪਰ ਡਿਪੈਂਡ ਕਰਦੇ ਨੇ, ਪਰ ਕਰਮ ਕਿਹੜੇ ਹੋਣ ਜਿਹੜੇ ਗੁਰੂ ਨੂੰ ਭਾ ਜਾਣ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬੜੀ ਪਿਆਰੀ ਪੰਕਤੀ ਹੈ, ਉਹ ਆਖਦੇ ਨੇ ਕਿ ਲਾਇਬ੍ਰੇਰੀ ਦੇ ਵਿੱਚ ਸਾਰੀ ਰਾਤ ਚੂਹਾ ਮਿਹਨਤ ਕਰਦਾ ਰਿਹਾ, ਸਾਰੀ ਰਾਤ ਉਸਨੇ ਕਿਤਾਬਾਂ ਨੂੰ ਕੱਢਦਾ ਰਿਹਾ, ਮਿਹਨਤ ਤੇ ਬੜੀ ਕੀਤੀ, ਪਰ ਮਿਹਨਤ ਤੋਂ ਬਾਅਦ ਕੀ ਇਤਨੀ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਕੁਤਰਨ ਤੋਂ ਬਾਅਦ ਉਸ ਚੂਹੇ ਨੂੰ ਕੁਝ ਗਿਆਨ ਮਿਲ ਗਿਆ, ਉਹ ਕੋਈ ਵਿਦਵਾਨ ਬਣਿਆ, ਸਕੋਲਰ ਬਣਿਆ, ਉਹ ਕਹਿਣਗੇ ਕੁਝ ਨਹੀਂ ਹਾਸਲ ਹੋਇਆ, ਕੇਵਲ ਉਹਨੇ ਵਿਅਰਥ ਹੀ ਕੀਤਾ, ਸਾਰੀ ਮਿਹਨਤ ਵਿਅਰਥ ਚਲੀ ਗਈ। ਸਤਿਗੁਰ ਆਖਦੇ ਨੇ ਕਿ ਇਸੇ ਤਰ੍ਹਾਂ ਮਨੁੱਖ ਨੇ ਸੰਸਾਰ ਦੇ ਕਰਮ ਤੇ ਬੜੇ ਕੀਤੇ, ਮਿਹਨਤ ਵੀ ਬੜੀ ਕੀਤੀ, ਪਰ ਉਹ ਮਿਹਨਤ ਕਿਧਰੇ ਵਿਅਰਥ ਨਾ ਚਲੀ ਜਾਏ। ਕਿਉਂਕਿ ਕਰਮਾਂ ਦੀ ਗੱਲ ਸਤਿਗੁਰ ਆਖਦੇ ਨੇ ਕਿ ਮਨੁੱਖ ਤੇਰੇ ਉੱਪਰ ਹੈ, ਕਿਰਤ ਕਰਮ ਕੇ ਵਿਛੁੜੇ, ਤੇ ਨਾਲ ਅਰਦਾਸ ਕੀਤੀ ਕਰ ਕਿਰਪਾ ਮੇਲੋ ਰਾਮ, ਕਿਉਂਕਿ ਆਪਣੇ ਕਰਮਾਂ ਕਰਕੇ ਮੈਂ ਤੈਨੂੰ ਮਿਲ ਨਹੀਂ ਸਕਦਾ। ਜਦੋਂ ਤੱਕ ਗੁਰੂ ਅਨੁਸਾਰੀ ਹੋ ਕੇ ਮਾਲਕ ਦੇ ਦੱਸੇ ਹੋਏ ਕਰਮ ਨਹੀਂ ਕੀਤੇ, ਕਿਉਂਕਿ ਅੱਗੇ ਜਾ ਕੇ ਕਰਮਾਂ ਦੇ ਸ਼ਿੰਗਾਰ ਦੀ ਗੱਲ ਕਰਾਂਗੇ ਆਪਾਂ। ਮਹਾਰਾਜ ਆਖਦੇ ਨੇ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ 10 ਦਿਸ ਭ੍ਰਮੇ, ਚਾਰ ਦਿਸ਼ਾਵਾਂ 10 ਕੁੰਟ ਪਾ ਕੇ ਸਾਰੀ ਧਰਤੀ, ਥੱਕ ਆਏ ਪ੍ਰਭ ਕੀ ਸ਼ਾਮ, ਸਾਰੀ ਧਰਤੀ ਪਰ ਭਟਕ ਕੇ ਅਖੀਰ ਦਾਤਾ ਤੇਰੀ ਸ਼ਰਨ ਚ ਆ ਗਿਆ। ਥੱਕ ਕੇ ਆਪਣੀਆਂ ਹੁਜਤਾਂ ਨੂੰ, ਆਪਣੀਆਂ ਚਲਾਕੀਆਂ ਨੂੰ, ਆਪਣੇ ਯਤਨਾਂ ਨੂੰ ਤਿਆਗ ਕੇ ਤੇਰੀ ਸ਼ਰਨ ਚ ਆ ਗਏ ਆ। ਸਤਿਗੁਰ ਮਹਾਰਾਜ ਨੇ ਤੇ 2 ਦ੍ਰਿਸ਼ਟਾਂਤ ਦਿੱਤੇ ਨੇ। ਆਖਣਗੇ ਜਦੋਂ ਗਊ ਦੇ ਕੋਲ ਦੁੱਧ ਨਾ ਹੋਏ ਨਾ, ਘਰ ਦੇ ਉਹਦੀ ਕਦਰ ਨਹੀਂ ਪੈਂਦੀ। ਤੇ ਦੁਧਿਆ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਤੋਂ ਮਿਲਾਵਟੀ ਉਪਜੈ ਨਾਹੀ ਦਾਮ। ਤੇ ਜੇ ਫਸਲ ਦੇ ਵਿੱਚ ਪਾਣੀ ਨਾ ਮਿਲੇ ਤੇ ਉਹ ਚੰਗੀ ਨਹੀਂ ਪੈਦਾ ਹੋਏਗੀ, ਤੇ ਦਾਮ ਦੰਬੜੇ ਪ੍ਰਾਪਤ ਨਹੀਂ ਹੁੰਦੇ। ਹਰ ਨਾਹ ਨਾ ਮਿਲਿਆ ਸਾਜਨ ਹੈ, ਤੇ ਉਹ ਜੀਵ ਰੂਪੀ ਇਸਤਰੀ ਹਰੀ ਰੂਪੀ ਸੱਜਣ ਨੂੰ ਨਹੀਂ ਮਿਲ ਸਕਦੇ। ਕਤ ਪਾਈਏ ਵਿਸ਼ਰਾਮ, ਉਹਦੇ ਹਿਰਦੇ ਅੰਦਰ ਕਦੋਂ ਵਿਸ਼ਰਾਮ ਆ ਸਕਦਾ ਹੈ, ਕਦੋਂ ਟਿਕਾ ਆ ਸਕਦਾ ਹੈ। ਸਰਬ ਸਿੰਗਾਰ ਤਮੋਲ ਰਸ, ਸਤਿਗੁਰ ਆਖਦੇ ਨੇ ਕਿ ਸਾਰੇ ਹੀ ਸ਼ਿੰਗਾਰ ਕੀਤੇ ਹੋਏ। ਤੰਬੋਲ ਰਸ ਕਿਹਾ ਜਾਂਦਾ ਹੈ ਪਾਨਾਂ ਦੇ ਵੇੜੇ। ਪੁਰਾਣੇ ਸਮੇਂ ਅੰਦਰ ਇਹਨਾਂ ਢੰਗਾਂ ਦੇ ਨਾਲ ਤਨ ਦੇ ਉੱਪਰ ਸ਼ਿੰਗਾਰ ਕੀਤਾ ਜਾਂਦਾ ਸੀ। ਮਹਾਰਾਜ ਆਖਣ ਲੱਗੇ ਕਿ ਇੱਕ ਇਸਤਰੀ ਆਪਣੀ ਪਤੀ ਲਈ ਤਨ ਦੇ ਉੱਪਰ ਸ਼ਿੰਗਾਰ ਕਰਦੀ ਹੈ, ਪਰ ਉਹਦੇ ਤਨ ਦਾ ਕੀਤਾ ਹੋਇਆ ਸ਼ਿੰਗਾਰ ਉਹਦੇ ਪਤੀ ਨੂੰ ਨਾ ਭਾਏ ਤੇ ਉਹ ਵਿਅਰਥ ਹੈ। ਮਨੁੱਖ ਨੇ ਸੰਸਾਰ ਦੇ ਵਿੱਚ ਕਰਮਾਂ ਦਾ ਸ਼ਿੰਗਾਰ ਤੇ ਕੀਤਾ, ਪਰ ਉਹ ਸ਼ਿੰਗਾਰ ਰੱਬ ਨੂੰ ਨਹੀਂ ਪਾਇਆ। ਸਤਿਗੁਰ ਆਖਦੇ ਕਿ ਵਿਅਰਥ ਹੈ। ਭਵ
ਉਹ ਸ਼ਿੰਗਾਰ ਕਰਮਾਂ ਦਾ ਮੇਰੇ ਵਰਗਾ ਭਾਵੇਂ ਕੋਈ ਗਾਤਰਾ ਪਾ ਲੇ, ਅੰਮ੍ਰਿਤਪਾਨ ਕਰ ਲੇ, ਪਰ ਬਾਹਰੋਂ ਸ਼ਿੰਗਾਰ ਨਜ਼ਰ ਆ ਰਿਹਾ, ਹਿਰਦੇ ਅੰਦਰ ਸੱਚ ਨਹੀਂ। ਤੇ ਗੁਰਦੇਵ ਆਖਦੇ ਜੀ ਕਰਮਾਂ ਦਾ ਸ਼ਿੰਗਾਰ ਹੀ ਹੈ। ਬਾਬੇ ਨਾਨਕ ਨੂੰ ਜਨੇਊ ਪਾਣ ਲੱਗੇ, ਗੁਰਦੇਵ ਆਖਣਗੇ ਬਾਹਰ ਦਾ ਸ਼ਿੰਗਾਰ ਤੇ ਹੈ, ਪਰ ਹਿਰਦੇ ਅੰਦਰ ਵੀ ਉਹ ਗੁਣ ਪੈਦਾ ਹੋਣ, ਹਿਰਦੇ ਅੰਦਰ ਵੀ ਸੱਚ ਪੈਦਾ ਹੋਏ, ਤਾਂ ਇਹ ਬਾਹਰ ਦਾ ਸ਼ਿੰਗਾਰ ਸਫਲਾ ਹੈ। ਤੇ ਗੁਰਦੇਵ ਆਖਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹੈ। ਤਾਂ ਭਾਂਡੇ ਘੱਟ ਪੰਡਤ ਜੀ ਜੇ ਇਸ ਤਰ੍ਹਾਂ ਦਾ ਸ਼ਿੰਗਾਰ ਕੀਤਾ ਹੋਇਆ ਆਤਮਾ ਨੂੰ ਸ਼ਿੰਗਾਰ ਮਿਲ ਜਾਏ ਤਾਂ ਉਹ ਸਫਲਾ ਹੈ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਮੇਤ ਦੇਹੀ ਤੇ ਮਹਾਰਾਜ ਆਖਦੇ ਕਿ ਸਾਰੇ ਵਿਅਰਥ ਨੇ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਖਾਮ, ਪਰ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਂ। ਸੁਆਮੀ ਪ੍ਰਭੂ ਤੋਂ ਬਿਨਾਂ ਪਾਤਸ਼ਾਹ ਆਖਦੇ ਨੇ ਕਿ ਸਾਰੇ ਮੀਤ ਸੱਜਣ ਜੰਮ ਦੇ ਤੁਲ ਨੇ। ਜੰਮ ਦੇ ਤੁਲ ਕਿਉਂ ਕਿਹਾ? ਕਬੀਰ ਸਾਹਿਬ ਦੀ ਬੜੀ ਪਿਆਰੀ ਪੰਕਤੀ ਹੈ। ਉਹ ਆਖਦੇ ਨੇ ਕਿ ਕਬੀਰ ਜਾਂ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ, ਤੇ ਘਰ ਮਰਗਟ ਸਾਰਖੇ ਭੂਤ ਵਸੈ ਤਿਨ ਮਾਹੇ। ਮੈਨੂੰ ਖਿਮਾ ਕਰਕੇ ਕਹਿਣ ਦੇਣਾ। ਉਹ ਆਖਦੇ ਨੇ ਕਿ ਜਿਸ ਘਰ ਦੇ ਪਰਮਾਤਮਾ ਦੀ ਬੰਦਗੀ ਨਹੀਂ ਨਾ, ਉਹ ਘਰ ਘਰ ਨਹੀਂ, ਉਹ ਘਰ ਸ਼ਮਸ਼ਾਨ ਹੈ। ਉਸ ਘਰ ਦੇ ਵਿੱਚ ਵਸਣ ਵਾਲੇ ਮਨੁੱਖ ਮਨੁੱਖ ਨਹੀਂ, ਉਹ ਭੂਤ ਹੀ ਨੇ। ਪਰ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾ, ਜਿਹਦਾ ਧਾਮ ਜਿਹੜਾ ਹੈ, ਟਿਕਾਣਾ ਜਿਹੜਾ ਹੈ, ਉਹ ਨਿਚਲ ਹੈ। ਮੈਂ ਉਸ ਮਾਲਕ ਦੇ ਚਰਨਾਂ ਦੇ ਨਾਲ ਮਿਲਾ ਦੇ। ਇਹ ਅਰਦਾਸ ਦੀ ਪੰਕਤੀ ਹੈ, ਅਰਦਾਸ ਦਾ ਸ਼ਬਦ ਹੈ। ਚੇਤ ਅੰਦਰ ਗੁਰਦੇਵ ਆਖਦੇ ਨੇ ਕਿ ਚੇਤ ਗੋਬਿੰਦ ਅਰਥ ਹੀ ਹੈ, ਹੋਵੇ ਆਨੰਦ ਘੜਾ। ਚੇਤਰ ਦੇ ਮਹੀਨੇ ਅੰਦਰ ਪ੍ਰਮਾਤਮਾ ਨੂੰ ਅਰਾਧਿਆ ਜਾਏ, ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਪਰ ਇਹ ਸੰਤ ਜਨਾ ਗੁਰਮੁਖਾਂ ਦੀ ਗੱਲ ਹੈ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹਾਂ, ਸੰਤ ਇੱਕ ਅਵਸਥਾ ਹੈ। ਇੱਕ ਆਮ ਮਨੁੱਖ ਸੜਕ ਪਰ ਤੁਰਦਾ ਹੋਇਆ, ਆਪਣੀ ਕਿਰਤ ਕਰਦਾ ਹੋਇਆ ਵੀ ਸੰਤ ਹੈ। ਸੰਤ ਕੇਵਲ ਲਿਬਾਸ ਦਾ ਨਾਮ ਨਹੀਂ ਹੈ। ਸੰਤ ਕੋਈ ਵੀ ਹੋ ਸਕਦਾ ਹੈ। ਸੰਤ ਇੱਕ ਇਸਤਰੀ ਹੋ ਸਕਦੀ ਹੈ, ਇੱਕ ਬੱਚਾ ਹੋ ਸਕਦਾ ਹੈ। ਭਗਤ ਜਦੋਂ ਅਸੀਂ ਧਰੂ ਦੀ ਗੱਲ ਕਰਦੇ ਹਾਂ, ਪ੍ਰਹਿਲਾਦ ਦੀ ਕਰਦੇ ਹਾਂ, ਤੇ ਕੀ ਉਹ ਸੰਤ ਨਹੀਂ? ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਗੁਰੂ ਪਾਤਸ਼ਾਹ ਨੂੰ ਸੰਤ ਕਿਹਾ ਹੈ, ਭੱਟਾਂ ਦੀ ਬਾਣੀ ਦੇ ਵਿੱਚ। ਤੇ ਗੁਰੂ ਸਾਹਿਬ ਦੀ ਅਵਸਥਾ ਵਰਗਾ ਜੇ ਕੋਈ ਪਹੁੰਚ ਜਾਏ, ਜਿਸ ਨੂੰ ਪਾਤਸ਼ਾਹ ਆਖਦੇ ਨੇ ਕਿ ਜਿਨਾ ਹਰ ਨਾਮਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮਨ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਤੇ ਜਿਨ੍ਹਾਂ ਨੇ ਇਹ ਪ੍ਰਾਪਤ ਕਰ ਲਿਆ ਹੈ, ਪਾਤਸ਼ਾਹ ਆਖਦੇ ਨੇ ਕਿ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ, ਉਹਨਾਂ ਦਾ ਸੰਸਾਰ ਚ ਆਉਣਾ ਹੀ ਗਿਣਤੀ ਦੇ ਵਿੱਚ ਹੈ, ਲੇਖੇ ਦੇ ਵਿੱਚ ਹੈ। ਉਹਨਾਂ ਦਾ ਹੀ ਸੰਸਾਰ ਚ ਆਇਆ ਸਫਲਾ ਹੈ। ਨਹੀਂ ਤੇ ਸੰਸਾਰ ਦੇ ਵਿੱਚ ਨਿਤ ਹੀ ਜੀਵ, ਸਿਆਣੇ ਆਖਦੇ ਨੇ ਕਿ ਇੱਕ ਸੈਕਿੰਡ ਦੇ ਅੰਦਰ ਵੀ ਤਕਰੀਬਨ 8 ਤੋਂ 10 ਬੱਚੇ ਪੈਦਾ ਹੋ ਰਹੇ ਨੇ। ਉਹਨਾਂ ਦਾ ਸਫਲਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ। ਇੱਕ ਪੰਕਤੀ ਵੱਲ ਆਪਦਾ ਧਿਆਨ ਦਿਆਵਾਂ। ਬੇਅੰਤ ਜੀਵ ਆ ਰਹੇ ਨੇ, ਬੇਅੰਤ ਸੰਸਾਰ ਦੇ ਵਿੱਚੋਂ ਜਾ ਰਹੇ ਨੇ। ਮਹਾਰਾਜ ਆਖਦੇ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਨੀ ਹਰ ਹਰ ਧਿਆਇਆ। ਫਿਰ ਉਹ ਜਿੰਦੇ ਤੌਰ ਤੇ ਨਜ਼ਰ ਆਉਂਦੇ ਨੇ, ਸਰੀਰ ਕਰਕੇ ਤੇ ਗੁਰੂ ਸਾਹਿਬ ਵੀ ਚਲੇ ਗਏ ਨੇ, ਭਗਤ ਵੀ ਚਲੇ ਗਏ ਨੇ ਸਰੀਰ ਕਰਕੇ। ਪਰ ਪਾਤਸ਼ਾਹ ਆਖਦੇ ਕਿ ਸਾਧ ਸੰਗ ਤਿਨ ਦਰਸ਼ਨ ਪਾਇਆ। ਜਦੋਂ ਸਾਧ ਸੰਗਤ ਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਦੀਆਂ, ਉਹਨਾਂ ਸ਼ਹੀਦ ਸਿੰਘਾਂ ਦੀਆਂ, ਗੁਰਮੁਖਾਂ ਦੀਆਂ ਵਿਚਾਰਾਂ ਹੁੰਦੀਆਂ ਨੇ, ਯਾਦ ਕੀਤਾ ਜਾਂਦਾ ਤੇ ਸਾਧ ਸੰਗ ਤਿਨ ਦਰਸ਼ਨ ਪਾਇਆ। ਆਏ ਤਿਸੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ। ਇੱਕ ਖਿਨ ਮਾਤਰ ਹੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਜੋ ਜੀਵਨ, ਜੋ ਸਮਾਂ, ਜੋ ਘੜੀ ਬਤੀਤ ਹੁੰਦੀ ਹੈ, ਸਤਿਗੁਰ ਆਖਦੇ ਨੇ ਕਿ ਵਿਅਰਥ ਹੈ।
मैं अरबता इतों की है कि साल भी पिछला बतीत होया है, नवा आ गया है, आने वाले समय अंदर होर साल भी चढ़ जाएगा, भागां वाले वो साल भी देखणगे। पर बाहर मुखी ते साल दे विच असी बड़ी तब्दीली लिआई, हिरदे अंदर भी कोई तब्दीली आई कि नहीं। जो पिछले समय अंदर जो कर्म किए सन उन्होंने गुरहेज करके चंगे कर्म करिए ते वो कर्म करिए जो गुरु अनुसारी होण। क्योंकि गुरु अमरदास पातशाह ने कह दिता, महाराज आखदे ने कि सेवक सिख पूजन सब आवे, सब गावे हर हर उत्तम बाणी गावेया, सुनिया तिनका हर थाए पावे, जिन सतगुर की आगेया सत सत कर मानी। पिछले दिनी धन गुरु हर राय सच्चे पातशाह का गुरपुरब मनाया तुसी। महाराज ने ते अपने साहबजादे नूं प्रवान नहीं किया, बाबा राम राय जी जे हुक्म दे विच नहीं आए, हुक्म अदूली कीती ते गुरु रामदास सच्चे पातशाह अपने साहबजादे नूं आखदे ने कि काहे पूत झगरत हो संगवाप, जिनके जने बडीरे तुम हो तुम सो झगरत पाप। उन्हां दे साहबजादे ने प्रवान नहीं किया। किहड़े प्रवान ने? एक खिन तिस बिन जीवना बिरथा जन्म जना, जल थल मैयल पूरिया रविया विच बना। जो हर थां के उपर मौजूद है, जल के अंदर, थल के अंदर, बना जंगलों के अंदर सर्व व्यापक है। अगे गुरुदेव आखते हैं कि सो प्रभ चित ना आवे, वो मालिक तेनों चेते ना आए। कितना दुख गणा, पातशाह आखते हैं कि कितना बड़ा दुख है जिस मालिक ने सब कुछ दिता है, जिन्हें सुख दिते ने दुनिया दे, वो रब ही तेनों चेते ना आया। ते गुरुदेव पातशाह की बाणी आंदी है, कुचज्जी सुचज्जी, उहदे बड़ा प्यारा बचन है। महाराज आखदे ने कि सोना रूपा रंगुला, मोती ता माणक जीओ। ये बड़े चंगे लगते हैं सारियां नूं। सोना भी चंगा लगता है, रूपा चांदी चंगी लगती है, मोती ता माणक जीओ, मोती चंगे लगते ने, माणक आदिक चंगे लगते ने। सह वस्तु शह दित्तियां, जिस मालिक ने ये वस्तुआं दित्तियां सन, सुख दिते सन, मैं तिन स्यों लाया चित जियो, मैं ते इन्हां वस्तुआं नाल चित ला लिया। भाई साहब आखते ने कि दुनिया के पदार्थों वास्ते मनुख ने दरवाजे खोल के रखे, परिवार लिए दरवाजे खोल के रखे, संसार लिए दरवाजे खोल के रखे। जदों रब दे आण दा वेला सी, मनुख ने दरवाजे बंद कर ले। सो प्रभ चित न आवे, कितड़ा दुख गणा, जिनी राविया प्रभ आपना आए। सह गणा एक खिन तिस बिन जीवना। अखीरियां पंक्तियां ने महाराज सतगुरु आखते ने कि चेत मिलाए सो प्रभु। चेतर के महीने विच जिहड़ा मैनूं प्रभु दे नाल, वाहिगुरू की सिफत सलाह दे नाल मिला दे, तिसकै पाए लगा। इत्थे बिंदी सैत है, मैं उन्हां दे पैरां दे विच पैंदा हां, जिसनों सतगुर आखदे ने कोई जन हरसों देवै जोर, चरण गहों बकों शुभ रसना दीजै प्राण अकोर। एक गल करके समाप्ति करा। मनुख जे किसी नूं अपना घर रेंट के उपर दिंदा है ना, जदों वो कहता कि लिखती रूप दी मैं 3 गल्लां दे नाल इकरार करना है। आखदे कि पहली गल यह है कि ये मकान मेरा है, तेनों रहन वास्ते दिता है। कई 11 महीने का, कोई इस तो वध दा लिखती तौर के उपर एग्रीमेंट करते ने। मकान मेरा है, तेनों केवल रहन वास्ते दिता है, तू रह ले इस विच। ये लिखती रूप से दिता गया। दूसरी गल, जदों तक इस घर दे च रहिंदा है ना, इस घर का देख रेख तू करनी है, इस बाहरों गंदगी ना आए, इसकी मरम्मत तू करानी है। ते तीसरी गल, जदों तेनों हुक्म होएगा तेनों घर छोड़ के जाना पे। जदों समा बतीत हो गया, जदों 11 महीने का एग्रीमेंट पूरा हो गया, जे दोबारा नहीं करवाया कि तेन वापस जाना पेगा। आखणगे रब ने भी ये शरीर जिहड़ा है ना तेनों दिता है, लिख के दिता है। पर कमाल की गल कि मनुख ने इस घर नूं अपना घर समझ लिया ते सोचिया कि संसार दे सदा ही में रहना है। ये रब दा परमात्मा दा घर है, तू इस घर दे टिकण वास्ते आया है। रब ने ही पैदा किया है, उस मालिक ने ही नाश कर देना है जदों बुलावा आ गया।
इस शरीर दे विच शरीर रूपी घर दे संभालण लई रब ने आख्या सी इहदी साफ सफाई रखनी है। पर कमाल की गल के बाहर तो विषय विकारां दियां इन्हां साडे ज्ञान इंद्रियां राही रोज ही मलीनता आती है। जो बाहर की नवीनता की गल करते हाँ, अंदर ते नवीनता आई नहीं, वो नवीनता आएगी किवें? महाराज आखते ने कि गुर दिखलाई मोरी, जित मिर्ग पड़त है चोरी, मोंद लिए दरवाजे बाजी अले अनहद बाजे। कहने कि गुरु ने वो अवगुणा का जिहड़ा राह सी ना वो दस दिता सिरे ज्ञान इंद्रिया राही, अखां राही, कन्ना राही, जबान राही। हिरदे रूपी घर दे च मलीनता आ रही है। गुर दिखलाई मोरी, जित मिर्ग पड़त है चोरी। मिर्ग पशु आंदे सन इस हिरदे रूपी नाम रूपी फसल नूं खाण लई, ते गुरु ने दसिया इन्हां दरवाजियां नूं बंद कर लै। इन्हां विकारां दे दरवाजियां राही तेरे शरीर विच आत्मा दी, परमात्मा दी सिलसिला रूपी नाम रूपी जो फसल है वो उजड़ ना जाए। जित मिर्ग पड़त है चोरी, मूंद लिए दरवाजे। हुण इन्हां दरवाजियां नूं मैं बंद कर लिया ते की होया? बाजिया ले अनहद बाजे। सतगुर कृपा करन, पावन बचन हिरदे बस जाण। सतगुर पातशाह दे चरनां च बेनती है, नवां साल आया है, नवें साल दे नाल बाहर मुखी जिथे नवीनता की गल है, हिरदे अंदर भी नवीनता आ जाए। हिरदे अंदर भी वो कर्म करिए। बाबा फरीद साहब अपनी रसना अंदरों आखदे ने कि जिनी कमी नाहे गुण ते कमड़े विसार। जिन्हां गुणां दे विच, जिन्हां गल्लां दे कोई गुण नहीं ना, उन्हां नूं विसार दे, त्याग दे। फिर तैनूं रब दे घर भी और संसार दे विच शोभा मिलेगी। नवां साल आप सारियां लई खुशियां वाला बतीत होए। सारियां दे परिवारां सुख शांति चढ़दियां कला दीयां दातां, नाम दी दातां बख्शिश करके निवाजन। बोलदियां बयान भुल्लां गुरु समर्थ है, संगत बख्शण जोग है। बख्श देना आखो प्यार नाल। वाहिगुरू जी का खालसा, वाहिगुरू जी।